ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਤੇਰੋ ਨਾਮ ਤੇਰੋ ਨਾਮ ਤੇਰੋ ਨਾਮ ਜੀ ਨਿਤ ਨਿਤ ਜਪੀਏ ਤੇਰੋ ਨਾਮ ਜੀ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ ਚਰਨਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਬਲਿਹਾਰੀ ਸਤਿਗੁਰ
ਨਾਨਕਾ ਭਰਪੂਰ ਲੀਨਾ ਸੰਤ ਵੇਲਾ ਦੇ ਦਰਸ਼ਨ ਕਰਨਾ ਬੁਲਾਈ ਤਨ ਮੁਰਜਨਾ ਸਤ ਮਾਤਾ ਤੁਹਾਰਾ ਅੰਮ੍ਰਿਤ ਬਾਣੀ ਜੀਵਨ ਪੁੱਤਰ ਜਾਣੀ ਤੁਮ ਮੇਰਾ ਹੁਕਮ तुम्हारा तख्त निवासी सच हुक्म तुम्हारा तख्त निवासी आए ना जाए मेरा प्रभु अविनाशी तुम मेहरबान दाता दीना नानक पाए भरपूर लीना धन सोएला जी दर्शन करना दर्शन करना दर्शन वेला जी दर्शन करना दर्शन
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ। ਓਟ ਪਕੜੀ ਪ੍ਰਭ ਸੁਆਮੀ, ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ, ਓਟ ਪਕੜੀ ਪ੍ਰਭ ਸੁਆਮੀ, ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ ਪਿਆਰੇ, ਇੱਕ ਤੇਰੀ ਓਟ ਪਕੜੀ ਪਿਆਰੇ, ਇੱਕ ਤੇਰੀ ਓਟ ਪਕੜੀ। ਫਿਰ ਕਰੋ ਮੈਂ ਸੋ ਹਰ ਜਨ ਪਿਆਰੇ, ਫਿਰ ਕਰੂੰ ਮੈਂ ਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ, ਓਟ ਪਕੜੀ ਪ੍ਰਭ ਸੁਆਮੀ, ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ ਸਭ ਪਿਆਰੇ, ਇੱਕ ਤੇਰੀ ਓਟ ਪਕੜੀ ਸਭ ਪਿਆਰੇ, ਇੱਕ ਤੇਰੀ ਓਟ ਪਕੜੀ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਦੁਸ਼ਟ ਦੂਤ ਪਰਮੇਸ਼ਰ ਮਾਰੇ, ਜਨ ਕੀ ਪੈਜੂ ਰਖੀ ਕਰਤਾਰੇ, ਜਨ ਕੀ ਪੈਜੂ ਰਖੀ ਕਰਤਾਰੇ, ਓਟ ਪਕੜੀ ਪ੍ਰਭ ਸੁਆਮੀ, ਓਟ ਪਕੜੀ ਪ੍ਰਭ ਸੁਆਮੀ, ਇੱਕ ਤੇਰੀ ਓਟ ਪਕੜੀ ਸਭ ਪਿਆਰੇ, ਇੱਕ ਤੇਰੀ ਓਟ ਪਕੜੀ। ਬਾਦਸ਼ਾਹ ਸਭ ਵਸ ਕਰ ਦੀਨੇ, ਬਾਦਸ਼ਾਹ ਸਭ ਵਸ ਕਰ ਦੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਭਉ ਹੋਏ ਭਜੋ ਭਗਵਾਨ, ਨਿਰਭਉ
ਪ੍ਰਭ ਸੁਆਮੀ ਨਾਨਕ ਓਟ ਪਕੜੀ ਪ੍ਰਭ ਸੁਆਮੀ ਓਟ ਪਕੜੀ ਪ੍ਰਭ ਸੁਆਮੀ ਓਟ ਪਕੜੀ ਪ੍ਰਭ ਸੁਆਮੀ ਇੱਕ ਤੇਰੀ ਓਟ ਪਕੜੀ ਪ੍ਰਭ ਪਿਆਰੇ ਇੱਕ ਤੇਰੀ ਓਟ ਪਕੜੀ ਓਟ ਪਕੜੀ ਪ੍ਰਭ ਸੁਆਮੀ ਓਟ ਪਕੜੀ ਪ੍ਰਭ ਸੁਆਮੀ ਇੱਕ ਤੇਰੀ ਓਟ ਪਕੜੀ ਸੁਆਮੀ ਇੱਕ ਤੇਰੀ ਓਟ ਪਕੜੀ ਪ੍ਰਭ ਸੁਆਮੀ ਇੱਕ ਤੇਰੀ ਓਟ ਪਕੜੀ ਤੇਰਿਆਂ ਚਰਣਾਂ ਦਾ ਆਸਰਾ ਜੀ ਹੁਣ ਆਸਰਾ ਨਾ ਕੋਈ ਤੇਰਿਆਂ ਚਰਣਾਂ ਦਾ ਆਸਰਾ ਹੋਰ ਆਸਰਾ ਨਾ ਕੋਈ ਤੇਰਿਆਂ ਚਰਣਾਂ ਦਾ ਆਸਰਾ ਹੋਰ ਆਸਰਾ ਨਾ ਕੋਈ ਤੇਰਿਆਂ ਚਰਣਾਂ ਦਾ ਆਸਰਾ ਹੋਰ ਆਸਰਾ ਨਾ ਕੋਈ
मुकट मुकट करे संसार नानक तिस जन को सदा नमस्कार आज मोरे आए हैं आज मोरे आए हैं आज मोरे आए हैं आज मोरे आए हैं आज मोरे आए आज मोरे आए हैं पावन पवित्र मित्र आज मोरे आए हैं आज मोरे आए हैं आज मोरे आए हैं आज मोरे आए चरितर चितर बन के बने बचितर चरितर चितर पावन पवित्र मित्र आज मोरे आए हैं आज मोरे आए हैं आज मोरे आए आज मोरे आए हैं आज मोरे आए परम दयाल लाल लोचन विशाल मुख बचन रसाल मधुर प्यारे हैं बचन रसाल मधुर परम दयाल लाल लोचन विशाल मुख बचन रसाल मधुर प्यारे हैं आज मोरे आए 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 सिंगलासन दे हमकान प्रेम सार विषम होए सहज समाए हैं चातक शब्द सुन अखियाँ उघर गई पर
आज मोरे आए हैं, आज मोरे आए। प्रगटे गोविंद राय जी आज प्रगटे गोविंद राय, प्रगटे गोविंद राय आज प्रगटे गोविंद राय। प्रगटे गोविंद राय आज प्रगटे गोविंद राय, प्रगटे गोविंद राय जी आज प्रगटे गोविंद राय। प्रगटे गोविंद राय जी आज प्रगटे गोविंद राय, प्रगटे गोविंद राय जी आज प्रगटे गोविंद तही प्रकाश हमारा प्रेम, तही प्रकाश हमारा प्रेम। तही प्रकाश हमारा प्रेम, तही प्रकाश हमारा प्रेम। पटना शहर के बबले हो, पटना शहर के बबले हो। प्रगटे गोविंद राय जी आज प्रगटे गोविंद राय, प्रगटे गोविंद राय आज प्रगटे गोविंद राय। तही प्रकाश हमारा कयो, पटना शहर विखे बबलियो। गुरुदेव मेरे घर आए, चल आइया नाल बहारा। गुरुदेव मेरे घर आए, चल आइया नाल बहारा। गुरुदेव मेरे घर आए। संत पराਉਣੇ ਆਏ, ਹੰਸਾਂ ਦੀਆਂ ਬਨ ਬਨ ਡਾਰਾਂ। ਅੱਜ ਸੰਤ ਪਰਾਉਣੇ ਆਏ, ਹੰਸਾਂ ਦੀਆਂ ਬਨ ਬਨ ਡਾਰਾਂ। गुरुदेव मेरे घर आए, चल आइया नाल बहारा। गुरुदेव मेरे घर आए, चल आइया नाल बहारा। जित जाए बह मेरा सतगुरु, तो तान सुहावा राम
ਲਿਆ ਮੈਂ ਗੁਰੂ ਸਦਾਵਾ ਗੁਰ ਸਿੰਘਾਂ ਕੀ ਗੱਲ ਖਾਏ ਪਈ ਗੁਰ ਸਿੱਖਾਂ ਕੀ ਗੱਲ ਖਾਏ ਪਈ ਜਿਨ ਹਰ ਨਾਮ ਤੇ ਆਵਾ ਤਿਨ ਨਾਨਕ ਸਤਿਗੁਰ ਪੂਜਿਆ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ ਜਿਤੇ ਮੈਂ ਮੇਰਾ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਤੇਰੀ ਸ਼ਰਨ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਮ ਵਸਾੜੀ ਜੀਓ ਤਨ ਸੋ ਵੇਲਾ ਜੀ ਦਰਸ਼ਨ ਕਰਨਾ ਤਨ ਸੋ ਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਧਨ ਸੋ ਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ
ਧਨ ਸੋ ਵੇਲਾ ਦਰਸ਼ਨ ਕਰਨਾ ਦਰਸ਼ਨ ਧਨ ਸੋ ਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਧਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੈ ਪ੍ਰਭ ਨਾਮ ਤੇਰੇ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਸ਼ੀਤਲ ਪੁਰਖ ਦ੍ਰਿਸ਼ਟ ਸੋ ਜਾਣੀ ਸਚ ਹੁਕਮ ਤੁਮਾਰਾ ਤਖਤ ਨਿਵਾਸੀ ਆਏ ਨਾ ਜਾਵੇ ਮੇਰਾ ਪ੍ਰਭ ਅਬਨਾਸੀ ਤੁਮ ਮਿਹਰਬਾਨ ਦਾਸ ਹਮ ਦੀਨਾ ਨਾਨਕ ਸਾਹਿਬ ਭਰਪੁਰ ਲੀਨਾ ਆਹੀ ਹੈ ਬੈਕੁੰਠ ਜਿੱਥੇ ਕੀਰਤਨ ਤੇਰਾ ਆਹੀ ਹੈ ਬੈਕੁੰਠ ਜਿੱਥੇ ਕੀਰਤਨ ਤੇਰਾ ਆਹੀ ਹੈ ਬੈਕੁੰਠ ਜਿੱਥੇ ਕੀਰਤਨ ਹੋਵੇ ਤੇਰਾ ਆਹੀ ਹੈ ਬੈਕੁੰਠ ਜਿੱਥੇ ਕੀਰਤਨ ਤੇਰਾ ਗੱਜ ਕੇ ਸਾਰੇ ਭਾਈ
ਭੁਗਤ ਜੁਗਤ ਤੇਰੀ ਸੇਵਾ ਜਿਸ ਤੋਂ ਆਪ ਕਹਾਂ ਬੈਕੁੰਠ ਜਹ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਤੋ ਚੋ ਸੱਜਣ ਮੈਂਡਿਆ ਡਈ ਸਿਸ ਉਤਾਰ, ਨੈਣ ਮਹੰਜੇ ਤਰਸਦੇ ਕਦ ਪਸੀ ਦੀਦਾਰ, ਐਸੇ ਗੁਰ ਦੇ ਦਰਸ਼ਨ ਡਿਠੇ, ਐਸੇ ਗੁਰ ਦੇ ਦਰਸ਼ਨ ਡਿਠੇ, ਮੈਂ ਕੀ ਕਰਾਂ ਬਿਆਨ, ਕਹਿਬੇ ਕੋ ਸ਼ੋਭਾ ਨਹੀਂ, ਦੇਖਾਂ ਹੀ ਪਰਵਾਨ। ਪਿਆਰੇ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਮੇਰਾ ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ, ਤਨ ਮਨ ਹੋਏ ਨਿਹਾਲ, ਜਾ ਗੁਰ ਦੇਖਾ ਸਾਹਮਣੇ। ਜਾ ਗੁਰ ਦੇਖਾ ਸਾਹਮਣੇ, ਦੇਖਾ ਸਾਹਮਣੇ। ਦੇਖਾ ਸਾਹਮਣੇ, ਦੇਖਾ ਸਾਹਮਣੇ, ਜਾ ਗੁਰ ਦੇਖਾ ਸਾਹਮਣੇ, ਦੇਖਾ ਸਾਹਮਣੇ।
ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ। ਜਾ ਗੁਰ ਦੇਖਾਂ ਸਾਹਮਣੇ, ਤੇਰੇ ਚੋਜਾਂ ਦਾ ਅੰਤ ਨਾ ਆਵੇ। ਵਾਜਾਂ ਵਾਲੇ ਚੁੱਕੀ ਪ੍ਰੀਤਮਾ, ਤੇਰੇ ਚੋਜਾਂ ਦਾ ਅੰਤ ਨਾ ਆਵੇ। ਵਾਜਾਂ ਵਾਲੇ ਚੁੱਕੀ ਪ੍ਰੀਤਮਾ, ਵਾਜਾਂ ਵਾਲੇ ਚੁੱਕੀ ਪ੍ਰੀਤਮਾ, ਮੇਰੇ ਪਿਆਰੇ। ਵਾਜਾਂ ਵਾਲੇ ਚੁੱਕੀ ਪ੍ਰੀਤਮਾ, ਵਾਜਾਂ
ਦਸਵੇਂ ਪਾਤਸ਼ਾਹਾਂ ਕੀ ਆਤਮਿਕ ਜੋਤ, ਵਾਹ ਜਾਗਦੀ ਜੋਤ, ਸਾਰੇ ਹੀ ਖੰਡਾਂ ਬ੍ਰਹਿਮੰਡਾਂ ਦੇ ਮਾਲਕ, ਸੰਸਾਰ ਦੇ ਸਾਂਝ ਰਹਿਬਰ, ਚਵਰ ਛਤਰ ਤਖਤਾਂ ਦੇ ਮਾਲਕ, ਗੁਰਤਾ ਗੱਦੀ ਤੇ ਵਿਰਾਜਮਾਨ, ਜੁਗੋ ਜੁਗ ਅਟਲ, ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਮਹਾਨ ਪਵਿੱਤਰ ਚਰਨ ਕਮਲਾਂ ਵਿੱਚ ਸੀਸ ਝੁਕਾ ਕੇ, ਦੋਵੇਂ ਹੱਥ ਜੋੜ ਕੇ ਸਾਰੀ ਹੀ ਸੰਗਤ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਕੀਤੀ, ਜੋ ਕਿ ਕਲਗੀਧਰ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਈ ਦਿਨਾਂ ਤੋਂ ਪ੍ਰਭਾਤ ਫੇਰੀਆਂ ਪ੍ਰਬੰਧਕ ਸੱਜਣਾ ਵੱਲੋਂ ਬੜੇ ਪਿਆਰ ਸਹਿਤ ਹਰੀ ਜਸ ਕੀਰਤਨ ਘਰ ਘਰ ਵਿੱਚ ਸਤਿਗੁਰੂ ਜੀ ਦੀ ਉਸਤਤ ਹੋ ਰਹੀ ਹੈ। ਸੋ ਅੱਜ ਦਾ ਸਮਾਂ ਗੁਰੂ ਘਰ ਦੇ ਪ੍ਰੇਮੀ ਸੰਤ ਸੇਵੀ ਪਰਿਵਾਰ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀਆਂ ਤੇ ਸਤਿਗੁਰਾਂ ਨੇ ਰਹਿਮਤ ਕੀਤੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਰੋੜਾਂ ਵਾਰੀ ਜੀਓ ਆਇਆ ਨਮਸਕਾਰਾਂ ਹਨ। ਸਮੂਹ ਸਿੱਖ ਸੰਗਤਾਂ, ਕੀਰਤਨੀ ਜਥੇ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਦਾਸ ਦਾ ਇੱਕ ਪਰਿਵਾਰ ਦੀ ਬੇਨਤੀ ਮੰਨ ਕੇ ਹਾਜ਼ਰੀ ਲਵਾਉਣ ਆਇਆ। ਸਾਰੇ ਸਤਿਕਾਰਯੋਗ ਜਿਨ੍ਹਾਂ ਤੇ ਵੱਡੀਆਂ ਬਖਸ਼ਿਸ਼ਾਂ ਨੇ ਸਤਿਪੁਰਸ਼ਾਂ ਦੀ, ਇਹਨਾਂ ਦੀ ਸਭ ਦੀ ਚਰਨ ਧੂੜ ਲੈਣ ਆਏ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਜੀ ਸਤਿਗੁਰੂ ਜੀ ਦੇ ਪਰਉਪਕਾਰਾਂ ਤੋਂ ਜਾਣੂ ਹੋ। ਆਪਣੇ ਪਹਿਲੇ ਜਨਮ ਦੀ ਕਥਾ ਮਹਾਰਾਜ ਜੀ ਨੇ ਬਚਿੱਤਰ ਨਾਟਕ ਉਸ ਗ੍ਰੰਥ ਵਿੱਚ ਪਿਛਲੇ ਜਨਮ ਦੀ ਸਾਰੀ ਸਾਖੀ ਲਿਖੀ ਹੈ ਕਲਗੀਧਰ ਪਿਤਾ ਜੀ ਨੇ। ਸਭ ਤੋਂ ਪਹਿਲਾਂ ਆਪ ਜੀ ਗੋਦਾਵਰੀ ਨਦੀ ਦੇ ਕੰਢੇ ਸੱਚਖੰਡ ਹਜ਼ੂਰ ਸਾਹਿਬ ਵਿਖੇ ਭਗਤੀ ਵਿੱਚ ਲੀਨ ਹਨ। ਗੋਦਾਵਰੀ ਨਦੀ ਦੇ ਕੰਢੇ ਤੇ ਬੇਅੰਤ ਸਿਮਰਨ ਭਗਤੀ ਕਰਕੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਵੱਲ ਚੜ੍ਹੇ ਹਨ। ਹੇਮਕੁੰਟ ਵਾਸਤੇ ਕਲਗੀਧਰ ਸੱਚੇ ਪਾਤਸ਼ਾਹ ਆਪਣੀ ਕਥਾ ਆਪ ਲਿਖਦੇ ਹਨ। ਰਾਮ ਚਰਿਤਰ ਵਰਣਨ ਕੀਤਾ ਹੈ, ਕ੍ਰਿਸ਼ਨ ਚਰਿਤਰ ਵਰਣਨ ਕੀਤਾ ਹੈ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ, ਤੇ ਸਾਧ ਸੰਗਤ 24 ਅਵਤਾਰਾਂ ਦੀ ਕਥਾ ਲਿਖੀ ਹੈ। ਫਿਰ ਸਤਿਗੁਰੂ ਜੀ ਕਿਰਪਾ ਕਰਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ। ਜਿਵੇਂ ਆਪਾਂ ਕਿਸੇ ਦੀ ਕੋਈ ਵਾਰਤਾ ਸੁਣਦੇ ਹਾਂ, ਆਖਰ ਵਿੱਚ ਕਹਿੰਦੇ ਹਾਂ ਹੁਣ ਮੇਰੀ ਗੱਲ ਸੁਣ ਲੈ। ਇਸ ਤਰ੍ਹਾਂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਪਿਛਲੇ ਜਨਮ ਦੀ ਸਾਖੀ ਇੱਥੋਂ ਸ਼ੁਰੂ ਕੀਤੀ ਹੈ। ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਦ ਮੋਹਿ ਆਨੋ। ਹੁਣ ਕਹਿੰਦੇ ਅਸੀਂ ਆਪਣੀ ਕਥਾ ਦੱਸਦੇ ਹਾਂ ਪਿਛਲੇ ਜਨਮ ਦੀ, ਕਿੱਥੇ ਤਪੱਸਿਆ ਕਰ ਰਹੇ ਸੀ, ਪਰਮੇਸ਼ਰ ਦੀ ਭਗਤੀ ਵਿੱਚ ਜੁੜੇ ਬੈਠੇ ਸੀ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸਰਿੰਗ ਸੋਪਤ ਹੈ ਤਹਾਂ। ਕਲਗੀਧਰ ਪਿਤਾ ਜੀ ਲਿਖਦੇ ਹਨ, ਹੇਮਕੁੰਟ ਨਾਮੇ ਉਸ ਪਾਵਨ ਪਵਿੱਤਰ ਧਰਤੀ ਦਾ ਨਾਮ ਹੈ, ਜਿੱਥੇ ਅਸੀਂ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਹੈ। ਸਪਤ ਸਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜਹ ਜੋਗ ਕਮਾਵਾ। ਸਤਿਗੁਰੂ ਉਸ ਧਰਤੀ ਦੀ ਨਿਸ਼ਾਨੀ ਦੱਸਦੇ ਹਨ।
ਕਹਿੰਦੇ ਉਸੇ ਹੀ ਧਰਤੀ ਤੇ ਕਿਸੇ ਸਮੇਂ ਪੰਡਵਾਂ ਨੇ ਜੋਗ ਕਮਾਏ। ਐ ਖਾਲਸਾ ਜੀ, ਜਿੱਥੇ ਪੰਡਵਾਂ ਨੇ ਜੋਗ ਕਮਾਏ, ਉੱਥੇ ਮੈਂ ਤਪੱਸਿਆ ਕਰੀ। ਜਿੱਥੇ ਪੰਡਵਾਂ ਨੇ ਜੋਗ ਕਮਾਏ, ਉੱਥੇ ਮੈਂ ਤਪੱਸਿਆ ਕਰੀ। ਸਬਤ ਸ੍ਰਿੰਗ ਤੈ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਜੋਗ ਨਾਮ ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਵਾਲੇ ਫਰਮਾਇਆ ਕਰਦੇ, ਜੋਗੀ ਨਾਮ ਹੈ ਜੁੜੇ ਹੋਏ ਦਾ, ਜੋਗ ਹੈ ਅਭਿਆਸ ਕਰ ਕਰਕੇ ਅੱਗੇ ਜੋਗ ਤੋਂ ਜੋਗੀ ਬਣਨਾ। ਇਹ ਬਾਬਾ ਜੀ ਬਖਸ਼ਿਸ਼ ਕਰਿਆ ਕਰਦੇ ਬਚਨਾਂ ਦੇ। ਜਿਵੇਂ ਪਰਮ ਸੰਤ ਈਸ਼ਰ ਸਿੰਘ ਮਹਾਰਾਜ, ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਕਰਮਸਾ ਰਾੜਾ ਸਾਹਿਬ ਵਾਲੇ, ਰਾੜੇ ਦੀ ਢੱਕੀ ਵਿੱਚ ਕਿਤਨੀ ਭਗਤੀ ਕੀਤੀ, ਕੋਈ ਅੰਦਾਜ਼ਾ ਹੀ ਨਹੀਂ ਲਗਾ ਸਕਦਾ। ਇੱਕ ਗੱਲ ਹੈ, ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ। ਜਿਨ੍ਹਾਂ ਤੇ ਸਤਿਪੁਰਸ਼ਾਂ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਜਣਾਇਆ ਉਹ ਜਾਣ ਗਏ। ਆਖੋ ਸਤਿਨਾਮ ਵਾਹਿਗੁਰੂ। ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਲਿਖਦੇ ਹਨ, ਹੇਮਕੁੰਟ ਨਾਮੇ ਧਰਤੀ ਤੇ ਅਸੀਂ ਪਰਮੇਸ਼ਰ ਦੀ ਭਗਤੀ ਕੀਤੀ, ਜਿੱਥੇ ਕਿਸੇ ਸਮੇਂ ਪਾਂਡਵਾਂ ਨੇ ਵੀ ਜੋਗ ਕਮਾਇਆ ਸੀ। ਇੱਥੇ ਬਸ ਨਹੀਂ, ਸਤਿਗੁਰੂ ਫਰਮਾਉਂਦੇ ਹਨ, ਤੈ ਹਮ ਅਦਿਕ ਤਪੱਸਿਆ ਸਾਧੀ, ਮਹਾਕਾਲ ਕਾਲ ਕਾ ਅਰਾਧੀ। ਅਸੀਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਭਗਤੀ ਕੀਤੀ, ਸਿਮਰਨ ਕੀਤਾ। ਸਿਮਰਨ ਕਰਦੇ ਕਰਦੇ ਕਿੱਥੇ ਅਵਸਥਾ ਗਈ, ਇਹ ਵਿਦ ਕਰਤ ਤਪੱਸਿਆ ਭਇਓ, ਦੁਐਤ ਏਕ ਰੂਪ ਹੋਏ ਗਇਓ। ਸਤਿਗੁਰੂ ਜੀ ਕਹਿੰਦੇ ਹਨ, ਮੈਂ ਤੇ ਪਰਮੇਸ਼ਰ ਇੱਕੋ ਹੀ ਸਰੂਪ ਹੋ ਗਏ, ਦੋ ਨਹੀਂ ਰਹੇ। ਜਿਸ ਤਰ੍ਹਾਂ ਇੱਕ ਬਾਲਟੀ ਵਿੱਚ ਪਾਣੀ ਹੈ, ਇੱਕ ਗਲਾਸ ਵਿੱਚ ਪਾਣੀ ਹੈ। ਗਲਾਸ ਵਾਲੇ ਨੂੰ ਵੀ ਪਾਣੀ ਕਹਿੰਦੇ ਹਾਂ, ਬਾਲਟੀ ਵਾਲੇ ਨੂੰ ਵੀ ਪਾਣੀ ਕਹਿੰਦੇ ਹਾਂ। ਜਦੋਂ ਪਾਣੀ ਗਲਾਸ ਵਿੱਚ ਪਾਇਆ ਜਾਂਦਾ ਹੈ, ਉਹ ਵੱਖਰਾ ਕਹਿਲਾਉਂਦਾ ਗਲਾਸ ਵਾਲਾ ਪਾਣੀ ਹੈ। ਅਗਰ ਉਸੇ ਗਲਾਸ ਵਾਲੇ ਪਾਣੀ ਨੂੰ ਚੱਕ ਕੇ ਬਾਲਟੀ ਵਾਲੇ ਪਾਣੀ ਵਿੱਚ ਹੀ ਪਾਇਆ ਜਾਵੇ, ਤਾਂ ਉਹ ਬਾਲਟੀ ਵਾਲਾ ਹੀ ਪਾਣੀ ਮਿਕਸ ਹੋ ਕੇ ਉਹ ਬਾਲਟੀ ਵਾਲਾ ਹੀ ਪਾਣੀ ਸਦਾਉਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਸਮਝਾਉਂਦੇ ਹਨ, ਇਹ ਵਿਦ ਕਰਤ ਤਪੱਸਿਆ ਭਇਓ, ਦੁਐਤ ਏਕ ਰੂਪ ਹੋਏ ਗਇਓ। ਭਗਤੀ ਦੋ ਤੋਂ ਸ਼ੁਰੂ ਹੁੰਦੀ ਹੈ।
ਧੰਨ ਬਾਬਾ ਨੰਦ ਸਿੰਘ ਮਹਾਰਾਜ ਨਾਨਕਸਰ ਕਲੇਰਾਂ ਵਾਲੇ ਸਵਾ 12 ਇਸ਼ਨਾਨ ਕਰਕੇ ਸਮਾਧੀ ਵਿੱਚ ਜੁੜਦੇ, ਸੰਗਤਾਂ ਵਿੱਚ ਪ੍ਰਵਚਨ ਕਰ ਗੁਰੂ ਦਾ ਹੀ ਸਰੂਪ ਹੋ ਜਾਣਾ। ਫਿਰ ਸਾਧ ਸੰਗਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਇੱਕ ਇੱਕ ਸਵਾਸ ਉਹਨਾਂ ਦਾ ਗੁਰੂ ਚਰਨਾਂ ਦੇ ਨਾਲ ਲੱਗ ਕੇ ਆਉਂਦਾ ਹੈ। ਸਤਿਪੁਰਸ਼ ਕਿਸੇ ਨੂੰ ਕੋਈ ਬੇਨਤੀ ਕਰਦਾ ਹੈ, ਕਹਿੰਦੇ ਹਨ ਗੁਰੂ ਜੀ ਅੱਗੇ ਅਰਦਾਸ ਕਰੋ, ਹੁਕਮਨਾਮਾ ਸਾਹਿਬ ਸਰਵਣ ਕਰੋ। ਹੁਕਮਨਾਮੇ ਸਾਹਿਬ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਹਨ। ਤੋ ਰਹੋ ਵਿਚਾਰ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਨ, ਫਰਮਾਉਂਦੇ ਹਨ, ਵਾਹਿਗੁਰੂ ਪਰਮੇਸ਼ਰ ਨੇ ਸਾਤੋਂ ਬੇਅੰਤ ਭਗਤੀ ਕਰਵਾਈ, ਜਿਹਦਾ ਫਲ ਸਰੂਪ ਦੁਵੈਤ ਏਕ ਰੂਪ ਹੋਏ ਗਇਓ। ਸਤਿਗੁਰੂ ਜੀ ਕਹਿੰਦੇ ਸੱਚਾ ਬਚਨ ਦੱਸਦੇ ਹਾਂ, ਆਵਨ ਕੋ ਹਮਰੋ ਚਿਤ ਨਾ ਭਇਓ, ਦੁਵੈਤ ਏਕ ਰੂਪ ਹੋਏ ਗਇਓ। ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਇੰਨੀ ਡੂੰਘੀ ਸੁਰਤ ਜੁੜ ਚੁੱਕੀ ਸੀ, ਉਹ ਆਨੰਦ, ਉਹ ਰਸ ਛੱਡ ਕੇ, ਜਿਸ ਤਰ੍ਹਾਂ ਸਤਿਕਾਰਯੋਗ ਆਪਣੇ ਸਾਰੇ ਕੀਰਤਨ ਵਾਲੇ ਬੈਠੇ ਨੇ, ਸੰਤ ਮਹਾਰਾਜ ਜੀ ਦੀ, ਗੁਰੂ ਸਾਹਿਬ ਜੀ ਦੀ ਬੇਅੰਤ ਕਿਰਪਾ, ਕਈ ਵਾਰ ਇੰਨੀ ਲੀਨਤਾ ਹੀ ਕੀਰਤਨ ਕਰਦਿਆਂ ਹੁੰਦੀ ਹੈ, ਸਮੇਂ ਦਾ ਪਤਾ ਨਹੀਂ ਲੱਗਦਾ। ਸੰਗਤਾਂ ਨੂੰ ਇੰਨਾ ਰਸ ਆਇਆ ਹੁੰਦਾ ਹੈ, ਸਮੇਂ ਦਾ ਪਤਾ ਨਹੀਂ ਲੱਗਦਾ। ਇਹ ਲੀਨਤਾ ਦੀ ਨਿਸ਼ਾਨੀ ਹੈ, ਰਸ ਆਉਣ ਦੀ ਨਿਸ਼ਾਨੀ ਹੈ। ਸਤਿਗੁਰ ਕਲਗੀਧਰ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪਣੀ ਬਾਣੀ ਵਿੱਚ, ਇਸ ਸੰਸਾਰ ਦੇ ਵਿੱਚ ਆਉਣ ਵਾਸਤੇ ਚੇਤੇ ਆਉਣ ਨੂੰ ਕਰੇ ਨਾ ਮੇਰਾ, ਚੇਤੇ ਆਉਣ ਨੂੰ ਕਰੇ ਨਾ ਮੇਰਾ, ਐਸੀ ਮੇਰੀ ਸੁਰਤ ਜੁੜੀ ਖਾਲਸਾ, ਖਾਲਸਾ ਐਸੀ ਮੇਰੀ ਸੁਰਤ ਜੁੜੀ, ਚੇਤੇ ਆਉਣ ਨੂੰ
ਪਵਿੱਤਰ ਪਿਤਾ ਜੀ ਕਹਿੰਦੇ ਉਹ ਰਸ ਉਹ ਆਨੰਦ ਛੱਡਣ ਨੂੰ ਸਾਡਾ ਚਿੱਤ ਨਹੀਂ ਕਰਦਾ ਸੀ। ਵਾਹਿਗੁਰੂ ਪਰਮੇਸ਼ਰ ਨੇ ਦਰਸ਼ਨ ਦਿੱਤੇ, ਮਿਲਾਪ ਹੋਇਆ। ਵਾਹਿਗੁਰੂ ਪਰਮੇਸ਼ਰ ਨੇ ਕਹਿਣਾ ਕੀਤਾ ਕਿ ਇਹ ਦੁਸ਼ਟ ਦਮਨ ਜੀ, ਤੁਹਾਨੂੰ ਸੰਸਾਰ ਤੇ ਜਾਣਾ ਪੈਣਾ। ਸੰਸਾਰ ਵਿੱਚ ਜਾ ਕੇ ਤੁਸੀਂ ਪੰਥ ਸਾਜਣਾ ਹੈ। ਜ਼ੁਲਮ ਹੋ ਰਹੇ ਹਨ, ਉਹਨਾਂ ਜ਼ੁਲਮਾਂ ਨੂੰ ਠੱਲ ਪਾਉਣੀ ਹੈ। ਕਹਿੰਦੇ ਫਿਰ ਅਸੀਂ ਵਾਹਿਗੁਰੂ ਪਰਮੇਸ਼ਰ ਨੂੰ ਬੇਨਤੀ ਕੀਤੀ, हे ਵਾਹਿਗੁਰੂ ਪਰਮੇਸ਼ਰ ਜੀ, ਜਿਸ ਕਾਰਜ ਲਈ ਸਾਨੂੰ ਭੇਜ ਰਹੇ ਹੋ, ਇਹ ਕਾਰਜ ਤਦ ਹੋ ਸਕਦਾ ਹੈ ਜੇ ਤੁਸੀਂ ਕਿਰਪਾ ਦਮੋ, ਆਪ ਦੀ ਰਹਿਮਤ ਦਮੋ। ਆਪ ਦੀ ਰਹਿਮਤ ਦਮੋ, ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰੋ। ਕਿੰਨੇ ਯੁੱਗਾਂ ਦੀ ਭਗਤੀ ਸੀ। ਸਤਿਗੁਰੂ ਜੀ ਦੇ ਜੀਵਨ ਪੜ੍ਹਦਿਆਂ ਸੁਣਦਿਆਂ ਨਿਮਰਤਾ ਦਾ ਪਤਾ ਲੱਗਦਾ ਹੈ। ਇੰਨੀ ਭਜਨ ਬੰਦਗੀ ਕਰਕੇ ਵੀ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ। ਵਾਹਿਗੁਰੂ ਪਰਮੇਸ਼ਰ ਜੀ ਕਹਿੰਦੇ ਹਨ ਤੁਹਾਨੂੰ ਮਾਤ ਲੋਕ ਤੇ ਭੇਜਣਾ ਹੈ। ਪਟਨਾ ਸ਼ਹਿਰ ਦੀ ਧਰਤੀ ਤੇ ਤੁਹਾਡਾ ਪ੍ਰਕਾਸ਼ ਹੋਵੇਗਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਜੀ, ਜਿਨ੍ਹਾਂ ਦੀ ਬੇਅੰਤ ਜਨਮਾਂ ਦੀ ਭਗਤੀ ਹੈ, ਤੁਹਾਡੇ ਸਤਿਕਾਰਯੋਗ ਪਿਤਾ ਜੀ, ਔਰ ਧੰਨ ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਦੀ ਸੈਂਕੜੇ ਜਨਮਾਂ ਦੀ ਭਗਤੀ ਹੈ, ਉਹਨਾਂ ਦੀ ਪਾਵਨ ਪਵਿੱਤਰ ਕੁੱਖ ਤੋਂ ਤੁਹਾਨੂੰ ਪ੍ਰਕਾਸ਼ ਦਿਵਾਵਾਂਗੇ। ਆਖੋ ਸਤਿਨਾਮ ਵਾਹਿਗੁਰੂ। ਤੇ ਇਸ ਸੰਸਾਰ ਦੇ ਵਿੱਚ ਆਪ ਜੀ ਨੇ ਪੰਥ ਸਜਾਉਣਾ ਹੈ। ਤਦ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਦੋਵੇਂ ਹੱਥ ਜੋੜੇ ਹਨ। ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ ਔਰ ਇਹ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਦੀ ਕਿਰਪਾ ਹੋਵੇ। ਪੰਥ ਚੱਲੇ ਤਬ ਜਗਤ ਮੈਂ, ਪੰਥ ਤਾਂ ਚੱਲ ਸਕਦਾ ਜਬ ਤੁਮ ਕਰੋ ਸਹਾਇ। ਜੇ ਤੁਸੀਂ ਮੇਰੀ ਸਹਾਇਤਾ ਕਰੋ, ਤੁਸੀਂ ਮੇਰੇ ਤੇ ਕਿਰਪਾ ਰਹਿਮਤ ਕਰੋ। ਅਕਾਲ ਪੁਰਖ ਵਾਹਿਗੁਰੂ ਜੀ ਨੇ ਕਹਿਣਾ ਕੀਤਾ, ਇਹ ਦੁਸ਼ਟ ਦਮਨ ਜੀ, ਤੁਹਾਡੇ ਅੰਗ ਸੰਗ ਰਹਾਂਗੇ। ਇੱਥੋਂ ਤੱਕ ਤੁਹਾਨੂੰ ਸੰਸਾਰ ਤੇ ਭੇਜ ਰਹੇ ਹਾਂ ਤੇ ਤੁਹਾਨੂੰ ਆ ਖਿਤਾਬ ਬਖਸ਼ ਕੇ ਭੇਜ ਰਹੇ ਹਾਂ। ਕਿਹੜਾ ਖਿਤਾਬ? ਮੈਂ ਪੁੱਤਰ ਨਵਾਜ ਕੇ ਆਪਣਾ ਭੇਜਦਾ ਹਾਂ ਮਾਤ ਲੋਕ ਤੇ, ਤੈਨੂੰ ਪੁੱਤਰ ਨਵਾਜ ਕੇ ਮੈਂ ਆਪਣਾ ਭੇਜਦਾ ਹਾਂ ਮਾਤ ਲੋਕ ਤੇ।
ਪੰਥ ਦੇ ਜੀ ਸਜਾਉਣ ਵਾਸਤੇ, ਪੰਥ ਦੇ ਜੀ ਸਜਾਉਣ ਵਾਸਤੇ। ਤੈਨੂੰ ਪੁੱਤਰ ਨਵਾਜ ਕੇ ਮੈਂ ਆਪਣਾ ਭੇਜਦਾ ਹਾਂ ਮਾਤ ਲੋਕ ਤੇ। ਤੈਨੂੰ ਪੁੱਤਰ ਨਵਾਜ ਕੇ ਮੈਂ ਆਪਣਾ ਭੇਜਦਾ ਹਾਂ ਮਾਤ ਲੋਕ ਤੇ। ਪਾਤਸ਼ਾਹ ਦੱਸਦੇ ਨੇ, ਜੋ ਕੁਛ ਮੈਨੂੰ ਵਾਹਿਗੁਰੂ ਪਰਮੇਸ਼ਰ ਜੀ ਨੇ ਜੋ ਬਚਨ ਕਹੇ ਮੈਂ ਉਹੋ ਹੀ ਸੰਸਾਰ ਤੇ ਕੀਤਾ ਹੈ ਤੇ ਉਹੋ ਹੀ ਕਥਾ ਵਿੱਚ ਲਿਖਿਆ ਹੈ। ਆਖੋ ਸਤਿਨਾਮ ਵਾਹਿਗੁਰੂ। ਫਿਰ ਸਤਿਗੁਰੂ ਜੀ ਕਹਿੰਦੇ, ਸਾਡੇ ਮਾਤਾ ਪਿਤਾ ਜੀ ਨੇ ਬੜਾ ਦਾਨ ਪੁੰਨ ਵੀ ਕੀਤਾ, ਭਗਤੀ ਵੀ ਕੀਤੀ, ਤਦ ਕਰਕੇ ਹੀ ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਾਵ ਲਿਓ। ਪੋਸ ਦੀ 7ਵੀਂ ਨੂੰ 1666 ਈਸਵੀ ਦੇ ਵਿੱਚ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਪ੍ਰਗਟ ਹੋਣਾ ਕੀਤਾ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਹਨ, ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਸਤਿਗੁਰੂ ਨਾਨਕ ਸਾਹਿਬ ਜੀ ਵੀ ਪ੍ਰਗਟੇ ਹਨ। ਬਾ ਪ੍ਰਗਟਿਓ ਮਰਦਾ ਗਮੜਾ ਵਰਿਆਮ ਅਕੇਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਪ੍ਰਗਟੇ ਹਨ। ਖਾਲਸਾ ਪਰਮਾਤਮ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਫੌਜ ਹੈ ਖਾਲਸਾ, ਤੇ ਇਹਨੂੰ ਵੀ ਪਰਮੇਸ਼ਰ ਨੇ ਪ੍ਰਗਟ ਕੀਤਾ। ਆਖੋ ਸਤਿਨਾਮ ਵਾਹਿਗੁਰੂ। ਚੌਥਾ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ। ਪ੍ਰਗਟ ਗੁਰਾਂ ਕੀ ਦੇ ਕਰਕੇ ਧੰਨ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਨੇ ਜਾਣਿਆ। ਪ੍ਰਗਟ ਗੁਰਾਂ ਕੀ ਦੇ ਕਰਕੇ ਚਵਰ ਛਤਰ ਤਖਤਾਂ ਅਰਸਾਂ ਕੁਰਸਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ, ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਤੇ ਸਾਧ ਸੰਗਤ ਤੇ ਇਹਨਾਂ ਸਤਿਪੁਰਸ਼ਾਂ ਨੇ ਪ੍ਰਗਟ ਗੁਰਾਂ ਦੀ ਦੇ ਕਰਕੇ ਸਤਿਗੁਰੂ ਜੀ ਨੂੰ ਮਨਾਇਆ ਹੈ। ਤਦ ਕਰਕੇ ਹੀ ਉਹਨਾਂ ਦੀ ਪੂਜਾ ਹੋ ਰਹੀ ਹੈ। ਉਹਨਾਂ ਦੇ ਪਾਵਨ ਪਵਿੱਤਰ ਤਸਵੀਰਾਂ ਸਰੂਪਾਂ ਅੱਗੇ ਸਾਡਾ ਆਪ ਸੀਸ ਝੁਕਦਾ, ਕਿਉਂਕਿ ਕਰਨੀ ਕੀਤੀ ਹੈ। ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ ਨੂੰ ਇੱਕ ਵਾਰੀ ਬੇਨਤੀ ਕੀਤੀ, ਮਹਾਰਾਜ ਜੀ ਆਪ ਜੀ ਜਿਸ ਵਕਤ ਪੜ੍ਹਦੇ ਸੀ ਨਿਤਨੇਮ ਬਾਰੇ ਸਮਤ ਬਖਸ਼ੋ। ਸੰਤ ਮਹਾਰਾਜ ਜੀ ਕਹਿਣ ਲੱਗੇ, ਅਸੀਂ 5 ਘੰਟੇ ਗੁਰਮੰਤਰ ਸ਼ਬਦ ਦੇ ਨਾਲ ਸਮਾਧੀ ਲਗਾਉਂਦੇ ਸੀ। ਆਖੋ ਸਤਿਨਾਮ ਵਾਹਿਗੁਰੂ। 5 ਘੰਟੇ ਅਡੋਲ ਬੈਠ ਕੇ ਪੜ੍ਹਨ ਸਮੇਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਸੀ। ਉਸ ਤੋਂ ਇਲਾਵਾ ਰੋਜ਼ਾਨਾ ਦੇ 5 ਪਾਠ ਸੁਖਮਨੀ ਸਾਹਿਬ ਦੇ ਕਰਦੇ ਸੀ। ਆਖੋ ਸਤਿਨਾਮ ਵਾਹਿਗੁਰੂ। 5 ਪਾਠ। ਸੰਤ ਵਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਕਹਿਣ ਲੱਗੇ, ਮਹਾਰਾਜ ਜੀ ਕਿੰਨੇ ਸਮੇਂ 'ਚ ਹੀ ਕਰ ਦਿੰਦੇ ਸੀ? ਸੰਤ ਮਹਾਰਾਜ ਕਹਿਣ ਲੱਗੇ, ਰਾੜਾ ਸਾਹਿਬ ਵਾਲੇ ਜਦੋਂ ਸੁਰਤੀ ਦੇ ਨਾਲ ਨਿਤਨੇਮ ਗੁਰਬਾਣੀ ਪੜ੍ਹੀਏ, ਸੁਰਤੀ ਦੇ ਨਾਲ 4 ਗੁਣਾ ਵੱਧ ਰਫਤਾਰ ਬਣ ਜਾਂਦੀ ਹੈ।
ਕਹਿੰਦੇ ਅਸੀਂ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ 15 ਮਿੰਟ ਵਿੱਚ ਕਰ ਦਿੰਦੇ ਸੀ। ਸਵਾ ਘੰਟੇ ਦੇ ਵਿੱਚ 5 ਪਾਠ ਸੁਖਮਨੀ ਸਾਹਿਬ ਜੀ ਦੇ ਕਰਕੇ ਫੇਰ ਚੌਂਕੜਾ ਖੋਲਦੇ ਸੀ। ਆਖੋ ਸਤਿਨਾਮ ਵਾਹਿਗੁਰੂ। ਇਹਨਾਂ ਸਤਿਪੁਰਸ਼ਾਂ ਦੀ ਰਸਨਾ ਤੋਂ ਕੀਰਤਨ ਵਿਚਾਰਾਂ ਜਿਸਨੇ ਵੀ ਸੁਣੀਆਂ ਉਹ ਵੀ ਪਵਿੱਤਰ ਬਣ ਗਏ। ਸੰਤ ਮਹਾਰਾਜ ਜੀ ਦਾ ਜਿਨ੍ਹਾਂ ਨੇ ਦੀਦਾਰ ਕੀਤਾ ਉਹ ਵੀ ਪਵਿੱਤਰ ਬਣ ਕੇ। ਸੰਤ ਮਹਾਰਾਜ ਜੀ ਦੀ ਸੰਗਤ ਵਿੱਚੋਂ ਕਿੰਨੇ ਸੰਤ ਪਦਵੀ ਵਾਲੇ ਸਾਧ ਸੰਗਤ ਜਗਿਆਸੂ ਨਿਕਲੇ ਹਨ। ਬੜੀਆਂ ਰਹਿਮਤਾਂ ਹਨ। ਕਰਮਸਰ ਰਾੜਾ ਸਾਹਿਬ ਸਾਧ ਸੰਗਤ ਇਸ ਸੰਸਾਰ ਤੇ ਨਹੀਂ ਪਰਲੋਕ ਤੱਕ ਵੀ ਗੂੰਜਾਂ ਪੈਂਦੀਆਂ ਨੇ। ਸੰਤ ਮਹਾਰਾਜ ਜੀ ਨੇ ਬਚਨ ਕਰਨਾ ਕਿ ਆ ਨੇੜੇ ਸਿਆੜ ਪਿੰਡ ਹੈ, ਜਿਸਨੇ ਵੀ ਕਬੀਰ ਭਗਤ ਦੇ ਦਰਸ਼ਨ ਕਰਨੇ ਹਨ, ਸੰਤ ਮੀਹਾਂ ਸਿੰਘ ਜੀ ਦੇ ਦਰਸ਼ਨ ਕਰ ਲਓ, ਉਹ ਕਬੀਰ ਜੀ ਦਾ ਅਵਤਾਰ ਹਨ। ਬਾਬਾ ਜੀ ਸਿਆੜ ਵਾਲਿਆਂ ਨੇ ਬੇਨਤੀ ਕਰਨੀ ਸੰਗਤ ਨੂੰ, ਮੈਂ ਤਾਂ ਬਾਲ ਬੱਚਿਆਂ ਵਾਲਾ ਗ੍ਰਸਤੀ ਹਾਂ। ਉਹ ਰਾਜੇ ਜੋਗੀ ਸਤਪੁਰਸ਼ ਨੇ ਜਿਨ੍ਹਾਂ ਦੀ ਬੇਅੰਤ ਕਮਾਈ ਹੈ। ਆ ਨੇੜੇ ਰਾੜਾ ਸਾਹਿਬ ਹੈ। ਕਰਮਸਰ ਵਾਲੇ ਸਤਪੁਰਸ਼ਾਂ ਦੇ ਦਰਸ਼ਨ ਕਰ ਲਓ, ਉਹ ਪਰਮੇਸ਼ਰ ਸਰੂਪ ਨੇ। ਆਖੋ ਸਤਿਨਾਮ ਵਾਹਿਗੁਰੂ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਜਿਨ੍ਹਾਂ ਨੇ ਸਤਪੁਰਸ਼ਾਂ ਦੀਆਂ ਸੰਗਤਾਂ ਕੀਤੀਆਂ ਨੇ, ਉਹਨਾਂ ਦੇ ਦੀਦਾਰ ਕੀਤੇ ਹਨ, ਉਹਨਾਂ ਦੇ ਹੱਥਾਂ ਦਾ ਪ੍ਰਸ਼ਾਦ ਛਕਿਆ ਹੈ, ਸਾਧ ਸੰਗਤ ਉਹਨਾਂ ਦੇ ਜੀਵਨ ਨਿਹਾਲ ਹੋ ਗਏ ਹਨ। ਉਹਨਾਂ ਨੂੰ ਸੰਤ ਮਹਾਰਾਜ ਜੀ ਦੇ ਵਿੱਚੋਂ ਹੀ ਪਰਮੇਸ਼ਰ ਨਜ਼ਰ ਆ ਰਿਹਾ ਹੈ। ਗੁਰਬਾਣੀ ਵੀ ਫਰਮਾਉਂਦੀ ਹੈ, ਜਿਨ੍ਹਾਂ ਨਾ ਵਿਸਰੇ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਬੇਅੰਤ ਮਸਾਲਾ ਹਨ ਸਾਧ ਸੰਗਤਾਂ ਤੇ ਆਪ ਸੰਗਤਾਂ, ਗੁਰੂ ਪਿਆਰੇ ਔਰ ਸਾਡੇ ਸਾਰੇ ਕੀਰਤਨੀ ਜਥੇ ਧੰਤਾ ਦੇ ਯੋਗ ਨੇ, ਜਿਨ੍ਹਾਂ ਨੂੰ ਐਸੇ ਸਤਪੁਰਸ਼ਾਂ ਦੀ ਸੰਗਤ ਪ੍ਰਾਪਤ ਹੈ। ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਪਹਿਲਾਂ ਸਾਈਕਲ ਸਟੈਂਡ ਦੀ ਸੇਵਾ ਹਰ ਐਤਵਾਰ ਨੂੰ ਹੀ, ਹੁਣ ਸਾਊਂਡ ਦੀ ਸੇਵਾ ਸੰਤ ਬਾਬਾ ਬਲਜਿੰਦਰ ਸਿੰਘ ਜੀਆਂ ਵੱਲੋਂ ਲੱਗੀ ਹੈ, ਨਿਭਾਉਂਦੇ ਹਨ। ਸਤਪੁਰਸ਼ਾਂ ਦੀ ਸੰਗਤ ਕਰਨੀ, ਉਹਨਾਂ ਦੇ ਬਚਨ ਕਮਾਉਣੇ, ਇਹ ਸਭ ਤੋਂ ਵੱਡਾ ਤਪ ਹੁੰਦਾ ਹੈ। ਸਤਪੁਰਸ਼ ਦੇ ਬਚਨ ਤੇ ਖੜ ਜਾਣਾ, ਕਿਉਂਕਿ ਉਹ ਪੂਰਨ ਪਰਮੇਸ਼ਰ ਦੇ ਵਿੱਚ, ਪਰਿਪੂਰਨ ਪਰਮੇਸ਼ਰ ਦੇ ਵਿੱਚ ਅਭੇਦ ਪੁਰਸ਼ ਨੇ। ਤਦ ਕਰਕੇ ਆਪਾਂ ਪੜ੍ਹਦੇ ਹਾਂ ਸੰਤ ਮਹਾਰਾਜ ਦੇ ਸਰੂਪਾਂ ਤੇ ਲਿਖਿਆ ਹੁੰਦਾ, ਭੇਦ ਪੁਰਸ਼ ਰਾਜੇ ਜੋਗੀ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਅਭੇਦ ਪੁਰਸ਼ ਹਨ ਜੋ ਸਾਧ ਸੰਗਤ ਮੁਖ ਤੋਂ ਬਚਨ ਕਰਦੇ, ਉਹ ਪੂਰਨ ਹੁੰਦੇ। ਕਿੰਨਿਆਂ ਨੂੰ ਸੰਤਾਂ ਦੀ ਪਦਵੀ ਬਖਸ਼ ਦਿੱਤੀ, ਕਿੰਨਿਆਂ ਨੂੰ ਨਾਮ ਜਪਾ ਕੇ ਸਾਧ ਸੰਗਤ ਪਰਮੇਸ਼ਰ ਦੀ ਪ੍ਰਾਪਤੀ ਕਰਵਾ ਦਿੱਤੀ, ਕਿੰਨਿਆਂ ਨੂੰ ਕੀਰਤਨ ਦੀ ਦਾਤ ਬਖਸ਼ੀ। ਤੇ ਸਾਧ ਸੰਗਤ ਜਿਨ੍ਹਾਂ ਦੇ ਰੁੜੇ ਜਾਂਦੇ ਜੀਵਨ ਸੀ, ਨਾਮ ਬਾਣੀ ਖੰਡੇ ਬਾਟੇ ਦੀ ਪੌਲ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਐਸੇ ਲੜ ਲਾਇਆ, 25-25 ਮਾਲਾ ਮੂਲ ਮੰਤਰ ਦੀਆਂ ਰੋਜ਼ ਕਰਦੇ ਨੇ। ਆਖੋ ਸਤਿਨਾਮ ਵਾਹਿਗੁਰੂ। ਉਹਨਾਂ ਦੀ ਕਰਨੀ ਅੱਗੇ ਸਦਾ ਹੀ ਸੀਸ ਝੁਕਦੇ ਨੇ, ਝੁਕਦੇ ਰਹਿਣਗੇ। ਸੋ ਆਓ, ਸਮਾਂ ਹੋ ਚੁੱਕਾ, ਸਮੇਂ ਦੇ ਨਾਲ ਹੀ ਸਮਾਪਤੀ, ਕਿਉਂਕਿ ਧਰਮ ਦੀਆਂ ਕਿਰਤਾਂ ਕੰਮਾਂ ਵਿਹਾਰ ਵੀ ਕਰਨੇ ਹਨ। ਕੋਟਨ ਕੋਟਾਂ ਨਮਸਕਾਰਾਂ ਚਵਰ ਛਤਰ ਤਖਤਾਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਸਾਰੀ ਕੀਰਤਨੀ ਜਥਿਆਂ ਦਾ ਧੰਨਵਾਦ, ਦੂਰੋਂ ਨੇੜਿਓਂ ਆਈਆਂ ਸੰਗਤਾਂ ਦਾ ਧੰਨਵਾਦ। ਜਦੋਂ ਪੋਹ ਸੁਦੀ 7ਵੀਂ ਦਾ ਦਿਹਾੜਾ ਹੁੰਦਾ ਨਾ, ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ ਸਤਿਗੁਰੂ ਨਾਨਕ ਸਾਹਿਬ ਜੀ ਦੇ ਕੱਤਕ ਦੀ ਪੁੰਨਿਆ ਮਨਾ ਕੇ ਦੂਸਰੇ ਦਿਨ ਨਿਤਨੇਮ ਸ਼ੁਰੂ ਕਰਾ ਦਿੰਦੇ ਸੀ। ਭਾਈ ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਦੇ ਜਾਪ, ਸੁਖਮਨੀ ਸਾਹਿਬ ਦੇ ਪਾਠ, ਇਹ ਆਪਾਂ ਸਾਰਿਆਂ ਨੇ ਕਹਿੰਦੇ ਪੋਹ ਸੁਦੀ 7ਵੀਂ ਤੱਕ ਕਰਨੇ ਆ। ਭਾਵ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੱਕ। ਇਸ ਤਰ੍ਹਾਂ ਨਾਮ ਬਾਣੀ ਨਾਲ ਜੋੜਦੇ। ਦਾਸ ਨੂੰ ਵੀ ਕਈ ਵਾਰ ਸਮਾਂ ਬਖਸ਼ਿਸ਼ ਹੋਇਆ, 1:15 ਵਜੇ ਉੱਥੋਂ ਦੇ ਜਥੇਦਾਰ ਜਗਾ ਲੈਂਦੇ ਸੀ। 2 ਵਜੇ ਨੂੰ ਸਾਧ ਸੰਗਤ ਆਸਣਾ ਤੇ ਸਾਵਧਾਨ ਕਰਾ ਕੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਹੋ ਜਾਂਦੇ ਸੀ। ਸ਼ਾਮ ਵੇਲੇ ਤੱਕ ਕਿਸੇ ਦੇ 70 ਪਾਠ, ਕਿਸੇ ਦੇ 80, ਕਿਸੇ ਦਾ 100 ਪਾਠ। ਇੱਥੋਂ ਤੱਕ ਵੀ ਦੇਖੇ ਨਿਤਨੇਮੀ ਪ੍ਰੇਮੀ ਜਿਨ੍ਹਾਂ ਦਾ
ਸਵਾ ਸੌ ਪਾਠ ਜਪਜੀ ਸਾਹਿਬ ਦਾ ਰੋਜ਼ ਦਾ ਨੇਮ ਬਣ ਚੁੱਕਾ ਸੀ। ਆਖੋ ਸਤਿਨਾਮ ਵਾਹਿਗੁਰੂ। ਇਹ ਇੱਕ ਸਤਿਪੁਰਸ਼ ਹੀ ਹਨ, ਪੂਰਨ ਰਾਜੇ ਜੋਗੀ ਹੀ ਹਨ, ਜਿਹੜੇ ਵਿਛੜੀਆਂ ਰੂਹਾਂ ਨੂੰ ਪਰਮੇਸ਼ਰ ਦੇ ਨਾਮ ਨਾਲ, ਪਰਮੇਸ਼ਰ ਦੇ ਚਰਨਾਂ ਨਾਲ ਜੋੜਦੇ ਹਨ। ਇਹ ਉਹਨਾਂ ਦੇ ਹਿੱਸੇ ਵਿੱਚ ਹੀ ਆਇਆ ਹੈ। ਸਾਧ ਨਾਮ ਨਿਰਮਲਤਾ ਕੇ ਕਰਮ, ਉਹ ਸਤਿਪੁਰਸ਼ਾਂ ਦੀ ਸੰਗਤ ਆਪ ਸੰਗਤਾਂ ਨੇ ਕੀਤੀ ਹੈ, ਕਰ ਰਹੇ ਹੋ। ਜਿਨ੍ਹਾਂ ਦਾ ਕਿਹਾ ਹੋਇਆ ਦਰਗਾਹ ਤੱਕ ਚੱਲਦਾ ਹੈ, ਜਾ ਕੇ ਕਹਿਆ ਦਰਗਾਹ ਚੱਲੇ। ਨਪੁੱਤਿਆਂ ਨੂੰ ਪੁੱਤ ਬਖਸ਼ੇ ਸਾਧ ਸੰਗਤ, ਪਦਾਰਥ ਵਾਲਿਆਂ ਨੂੰ ਧਨ ਪਦਾਰਥ ਬਖਸ਼ ਦਿੱਤੇ। ਕਿਸੇ ਨੇ ਬੇਨਤੀ ਕੀਤੀ ਮਹਾਰਾਜ ਜੀ ਨਾਮ ਦੀ ਦਾਤ ਬਖਸ਼ੋ, ਪਰਮੇਸ਼ਰ ਦੇ ਨਾਮ ਨਾਲ ਜੋੜ ਦਿੱਤਾ ਸਾਧ ਸੰਗਤ। ਐਸੀਆਂ ਉਹਨਾਂ ਦੀਆਂ ਕਥਾਵਾਂ ਹਨ। ਸੰਤ ਮਹਾਰਾਜ ਜੀ, ਸੰਤ ਈਸ਼ਰ ਸਿੰਘ ਮਹਾਰਾਜ ਜੀ ਨੇ ਵੀ ਦੇਖੋ ਅਗਸਤ ਮਹੀਨੇ ਦੇ ਵਿੱਚ ਹੀ ਪ੍ਰਕਾਸ਼ ਧਾਰਨ ਕੀਤਾ, ਅਗਸਤ ਮਹੀਨੇ ਵਿੱਚ ਹੀ ਭਾਣਾ ਵਰਤਾ ਦਿੱਤਾ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਪਾਰਿ ਉਪਕਾਰੀ। ਸੰਤ ਕਿਸ਼ਨ ਸਿੰਘ ਮਹਾਰਾਜ ਜੀਆਂ ਨੇ ਵੀ ਦਸੰਬਰ ਮਹੀਨੇ, ਪੋਹ ਦੇ ਮਹੀਨੇ ਵਿੱਚ ਪ੍ਰਕਾਸ਼ ਧਾਰਨ ਕੀਤਾ ਤੇ ਪੋਹ ਦੇ ਮਹੀਨੇ ਵਿੱਚ ਹੀ ਭਾਣਾ ਵਰਤਾ ਦਿੱਤਾ ਹੈ। ਇਉਂ ਸਤਿਪੁਰਸ਼ ਨੇ ਜੋ ਕਿ ਜਿੱਤੇ ਰੰਧਾਵੇ ਦੇ ਅੱਗੇ ਸਾਧ ਸੰਗਤ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਬਚਨ ਹੋਏ ਸੀ। ਪਾਤਸ਼ਾਹ ਨੇ ਫਰਮਾਇਆ ਸੀ 10 ਜਾਮੇ ਗੁਰੂ ਰੂਪ ਵਿੱਚ ਆਵਾਂਗੇ, ਸ਼ਬਦ ਸਰੂਪ ਹੋ ਜਾਵਾਂਗੇ। 11ਵਾਂ ਜਾਮਾ ਪ੍ਰਗਟ ਗੁਰਾਂ ਕੀ ਦੇ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। 74 ਵਾਰੀ ਸੰਤਾਂ ਦੇ ਰੂਪ ਵਿੱਚ ਆਵਾਂਗੇ। ਇਹ ਪਰਮ ਸੰਤ ਕਰਮ ਸਿੰਘ ਮਹਾਰਾਜ, ਪਰਮ ਸੰਤ ਅਤਰ ਸਿੰਘ ਮਹਾਰਾਜ ਰੇਰੂ ਸਾਹਿਬ ਵਾਲੇ, ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਜੀ, ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ, ਇਹ ਉਹਨਾਂ 74 ਜਾਮਿਆਂ ਵਿੱਚੋਂ ਸਤਿਪੁਰਸ਼ ਹੋਏ ਨੇ। ਆਖੋ ਸਤਿਨਾਮ ਵਾਹਿਗੁਰੂ। ਆਓ ਸਮਾਪਤੀ ਕਰੀਏ, ਸਮਾਂ ਹੋ ਚੁੱਕਾ ਹੈ। ਵੱਡੇ ਭਾਗਾਂ ਨਾ ਪ੍ਰਾਪਤ ਹੋਵੇ, ਸੰਗ ਪੂਰੇ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ, ਸੰਗ ਪੂਰੇ ਸਾਧੂਆਂ ਦਾ। ਸੰਗ ਪੂਰੇ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ, ਸੰਗ ਪੂਰੇ ਸਾਧੂਆਂ ਦਾ। ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ, ਸੰਗ ਪੂਰੇ ਸਾਧੂਆਂ ਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਹੀ ਰੱਬ ਰੂਪ ਸਾਧੂ ਮਿਲਦੇ ਨੇ। ਆਖੋ ਸਤਿਨਾਮ। ਨਹੀਂ ਤਾਂ ਅੱਜ ਦੇ ਸਮਿਆਂ ਵਿੱਚ ਜਿਹੜੇ ਸਾਧੂਆਂ ਨੂੰ ਜ਼ਿਆਦੇ ਨਿੰਦਣ, ਸਾਧ ਸੰਗਤ ਸਾਧੂਆਂ ਦੀ ਦੱਬ ਕੇ ਨਿੰਦਿਆ ਕਰਨ, ਲੋਕ ਉਹਨਾਂ ਨੂੰ ਚੰਗੇ ਪ੍ਰਚਾਰਕਾਂ ਦਾ ਦਰਜਾ ਦਿੰਦੇ। ਬਾਹਰਲੇ ਦੇਸ਼ ਦੀ ਗੱਲ ਹੈ। ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਮਹਾਰਾਜ ਦੀ ਰਸਨਾ ਤੋਂ ਸੁਣਿਆ ਹੋਇਆ ਬਚਨ, ਸਿਆੜ ਸਾਹਿਬ ਜਦੋਂ ਸੇਵਾ ਕਰਦੇ ਸੰਤ ਮਹਾਰਾਜ ਜੀ ਬਾਰੇ ਦੱਸਿਆ। ਕਹਿੰਦੇ ਅਸੀਂ ਬਾਹਰਲੇ ਮੁਲਕ ਵਿੱਚ ਕੁਝ ਪ੍ਰੇਮੀ ਬੈਠੇ ਸੀ। ਪਰਮ ਸੰਤ ਈਸ਼ਰ ਸਿੰਘ ਮਹਾਰਾਜ ਜੀ ਦੀ ਉਸਤਤ ਕਰ ਦਿੱਤੀ।
ਕਿ ਬੇਅੰਤ ਕਮਾਈ ਹੈ, ਪਿਛਲੇ ਜਨਮਾਂ ਦੀ ਬੇਅੰਤ ਕਮਾਈ ਹੈ। ਰਾਜੇ ਜੋਗੀ ਨੇ ਉਹਨਾਂ ਦੀ ਦਰਗਾਹ ਵਿੱਚੋਂ ਡਿਊਟੀ ਲੱਗ ਕੇ ਆਈ ਹੋਈ ਹੈ ਜਪਣ ਦੀ ਤੇ ਜਪਾਉਣ ਦੀ। ਨਾਮ ਆਖੋ ਸਤਿਨਾਮ ਵਾਹਿਗੁਰੂ। ਉਹਨਾਂ ਵਿੱਚ ਇੱਕ ਅਜਿਹਾ ਬੰਦਾ ਬੈਠਾ ਸੀ, ਬਾਬਾ ਜੀ ਸਿਆੜ ਵਾਲਿਆਂ ਨੂੰ ਕਹਿਣ ਲੱਗਾ, ਬੜੀ ਤੁਸੀਂ ਉਹਨਾਂ ਦੀ ਉਸਤਤ ਕਰਦੇ ਹੋ, ਬੜੀ ਉਹਨਾਂ ਦੀ ਵਡਿਆਈ ਕਰਦੇ ਹੋ। ਉਹ ਤਾਂ ਸ਼ੌਕੀਨ ਹੀ ਬੜੇ ਨੇ, ਉਹ ਤਾਂ ਸੈਂਟ ਛਿੜਕਦੇ ਨੇ, ਇੱਦਾਂ ਕਰਦੇ ਆ, ਉਹ ਕਰਦੇ ਆ। ਬਾਬਾ ਜੀ ਦੇ ਅੰਦਰ ਕਿੱਡਾ ਪਿਆਰ ਸੀ ਸਿਆੜ ਸਾਹਿਬ ਵਾਲਿਆਂ ਦਾ। ਕਹਿੰਦੇ ਮੈਂ ਤਾਂ ਪ੍ਰੇਮੀ ਜਾਣ ਕੇ ਤੁਹਾਨੂੰ ਬਚਨ ਕਹੇ ਨੇ, ਸੁਣਾਏ ਨੇ, ਸੰਤ ਮਹਾਰਾਜ ਜੀ ਦੀ ਸਿਫਤ ਕੀਤੀ ਹੈ। ਜੇ ਤੇਰੇ ਮਨ ਅੰਦਰ ਐਡੀ ਗਲਿਆਨੀ ਆ ਨਾ ਉਹਨਾਂ ਸਤਪੁਰਸ਼ਾਂ ਦੇ ਵਾਸਤੇ, ਇਹਦੇ ਤੋਂ ਸਾਨੂੰ ਵੀ ਸੋਝੀ ਮਿਲਦੀ ਹੈ ਬਾਬਾ ਜੀ ਦੇ ਬਚਨ ਤੋਂ। ਬਾਬਾ ਜੀ ਕਹਿਣ ਲੱਗੇ ਅਸੀਂ ਤਾਂ ਸਤਪੁਰਸ਼ ਜਾਣ ਕੇ ਬ੍ਰਹਮ ਗਿਆਨੀ ਰਾਜੇ ਜੋਗੀਆਂ ਦੀ ਸੱਚੀ ਸਿਫਤ ਕੀਤੀ ਹੈ। ਸੱਚੀ ਸਿਫਤ ਸੰਤ ਦੀ ਸਿਫਤ ਰੱਬ ਦੀ ਹੀ ਸਿਫਤ ਹੈ। ਆਖੋ ਸਤਿਨਾਮ ਵਾਹਿਗੁਰੂ। ਕਲਗੀਧਰ ਪਿਤਾ ਜੀ ਵੀ ਫਰਮਾਉਂਦੇ ਹਨ, ਹਰ ਹਰ ਜਨ ਦੋ ਏਕ ਹੈ, ਬਿਬ ਵਿਚਾਰ ਕਛ ਨਾ ਹੈ। ਹਰੀ ਤੇ ਹਰੀ ਦਾ ਜਨ ਦੋ ਨਹੀਂ ਹੈ, ਉਹ ਇੱਕੋ ਹੀ ਹਨ। ਆਖੋ ਸਤਿਨਾਮ ਵਾਹਿਗੁਰੂ। ਕਿਸ ਤਰ੍ਹਾਂ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ, ਜਲ ਦੇ ਵਿੱਚੋਂ ਤਰੰਗਾਂ ਉੱਠਦੀਆਂ ਨੇ, ਜਲ ਵਿੱਚ ਹੀ ਸਮਾ ਜਾਂਦੇ ਨੇ। ਕਹਿੰਦੇ ਇਸੇ ਤਰ੍ਹਾਂ ਹਰੀ ਦਾ ਜਨ ਭਗਤ ਸੰਤ ਮਹਾਂਪੁਰਖ ਗੁਰਮੁਖ ਜਨ ਰਾਜੇ ਜੋਗੀ ਕਹੋ, ਉਹ ਪਰਮੇਸ਼ਰ ਵਿੱਚ ਭੇਦ ਹਨ। ਬਾਬਾ ਜੀ ਸਿਆੜ ਵਾਲੇ ਕਹਿਣ ਲੱਗੇ ਅਸੀਂ ਤਾਂ ਸਤਪੁਰਸ਼ਾਂ ਦੀ ਸੱਚੀ ਉਸਤਤ ਕੀਤੀ ਹੈ, ਪਰਮੇਸ਼ਰ ਜਾਣ ਕੇ ਉਸਤਤ ਕੀਤੀ ਹੈ। ਅਗਰ ਤੈਨੂੰ ਇਹ ਗਲਿਆਨੀ ਹੋ ਗਈ ਸਤਪੁਰਸ਼ਾਂ ਦੀ ਉਸਤਤ ਤੋਂ, ਤੂੰ ਐਸਾ ਮਨ ਦੇ ਵਿੱਚੋਂ ਜ਼ਹਿਰ ਘੋਲਿਆ ਹੈ ਕਿ ਹਾਏ ਉਹ ਸੰਤ ਸਨ, ਉਹ ਤਾਂ ਸ਼ੌਕੀਨ ਹੀ ਬੜੇ ਸੀ, ਬੜੇ ਮਹਿੰਗੇ ਸੈਂਟ ਛਿੜਕਦੇ ਸੀ, ਬੜੇ ਮਹਿੰਗੇ ਬਸਤਰ ਪਾਉਂਦੇ ਸੀ। ਬਾਬਾ ਜੀ ਕਹਿੰਦੇ ਗੁਰੂ ਨਾਨਕ ਕਿਰਪਾ ਕਰਨ, ਅੱਜ ਤੋਂ ਤੇਰੀ ਸੁਪਨੇ 'ਚ ਵੀ ਮੈਨੂੰ ਢੂਹੀ ਨਾ ਦਿਖਾਉਣ, ਤੂੰ ਸਾਡੇ ਸਤਪੁਰਸ਼ਾਂ ਦੀ ਨਿੰਦਾ ਕਰੀਏ। ਆਖੋ ਸਤਿਨਾਮ ਵਾਹਿਗੁਰੂ। ਇਹਨੂੰ ਪਿਆਰ ਕਹਿੰਦੇ ਨੇ, ਇਹਨੂੰ ਸਤਿਕਾਰ ਕਹਿੰਦੇ ਨੇ। ਸਾਧ ਸੰਗਤ ਦੋਵਾਂ ਹੀ ਸਤਪੁਰਸ਼ਾਂ ਨਾਲ ਬਾਬਾ ਜੀ ਸਿਆੜ ਵਾਲਿਆਂ ਦਾ ਬੇਅੰਤ ਪਿਆਰ ਸੀ। ਬਾਹਰਲੇ ਮੁਲਕ 'ਚ ਆਉਣਾ, ਤਦ ਵੀ ਮਹਾਰਾਜ ਜੀ ਦੇ ਦਰਸ਼ਨ ਕਰਨੇ, ਜਾਣ ਵੇਲੇ ਵੀ ਦਰਸ਼ਨ ਕਰਨੇ। ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਜੀ ਦੇ ਨਾਲ ਬਚਨ ਕੀਤੇ। ਮਹਾਰਾਜ ਜੀ ਨੇ, ਬਾਬਾ ਜੀ ਨੇ ਵੀ ਬੇਨਤੀ ਕੀਤੀ, ਮਹਾਰਾਜ ਇਸ ਤਰ੍ਹਾਂ ਇਸ ਅਵਸਥਾ ਵਿੱਚ ਵਿਚਰਦੇ ਹੋ, ਸੰਗਤ ਤੁਹਾਡੇ ਦਰਸ਼ਨ ਕਰਦੀ ਹੈ, ਸੰਗਤ ਤੁਹਾਡੇ ਨਾਲ ਪ੍ਰਵਚਨ ਕਰਦੀ ਹੈ, ਭਲਾ ਹੁੰਦਾ ਹੈ। ਸੰਤ ਕਿਸ਼ਨ ਸਿੰਘ ਮਹਾਰਾਜ ਕਹਿੰਦੇ ਹੁਣ ਅਸੀਂ ਬਾਬੇ ਧਿਆਨੇ ਵਾਲੀ ਅਵਸਥਾ ਬਣਾ ਲੈਣੀ ਹੈ। ਇਹ ਬਚਨ ਬਾਬਾ ਜੀ ਸਿਆੜ ਵਾਲਿਆਂ ਨੂੰ ਵੀ ਕਿਹਾ ਸੀ, ਪਰਮ ਸੰਤ ਕਿਸ਼ਨ ਸਿੰਘ ਮਹਾਰਾਜ ਜੀਆਂ ਨੇ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ, ਬੇਅੰਤ ਸਤਿਕਾਰ ਕਰਦੇ ਦੋਵੇਂ ਹੀ ਸਤਪੁਰਸ਼। ਬਾਬਾ ਜੀ ਨੇ ਬਾਹਰਲੇ ਮੁਲਕ 'ਚੋਂ ਆ ਕੇ ਵੀ ਸੰਤ ਮਹਾਰਾਜ ਦੇ ਦਰਸ਼ਨ ਕਰਨੇ, ਸੰਤ ਕਿਸ਼ਨ ਸਿੰਘ ਮਹਾਰਾਜ ਜੀ ਦੇ ਜਾਣ ਵੇਲੇ ਵੀ ਦਰਸ਼ਨ ਕਰਨੇ, ਚਰਨਾਂ ਤੇ ਨਮਸਕਾਰ ਕਰਦੇ ਸੀ, ਸੀਸ ਰੱਖ ਕੇ। ਬਾਬਾ ਜੀ ਸਿਆੜ ਵਾਲੇ ਆਖੋ ਸਤਿਨਾਮ ਵਾਹਿਗੁਰੂ। ਇਹ ਉਹ ਲੀਲਾ ਵਰਤਦੀਆਂ ਨੇ, ਗੁਰ ਉਪਦੇਸ਼ ਸਾਧ ਕੀ ਸੰਗਤ ਭਗਤ ਭਗਤ ਤੈ ਨਾਮ ਭਰਿਓ। ਉਪਦੇਸ਼ ਗੁਰਬਾਣੀ ਦਾ, ਗੁਰੂ ਦਾ ਕਮਾਉਣਾ ਹੈ ਤੇ ਸਤ ਸੰਗਤ ਸਾਧੂਆਂ ਦੀ ਕਰਨੀ ਹੈ। ਐਸੇ ਸਤਪੁਰਸ਼ਾਂ ਦੀ ਸੰਗਤ ਆਪ ਸਭ ਸੰਗਤਾਂ ਨੂੰ ਪ੍ਰਾਪਤ ਹੈ। ਆਓ ਇਹ ਭਾਈ ਅਰਜਨ ਸਿੰਘ ਦਾਸ ਨੇ ਬੜੇ ਸਮੇਂ ਤੋਂ ਢੋਲਕੀ ਦੀ ਵੀ ਸੇਵਾ, ਸਾਡੇ ਸਰਦਾਰ ਜੀ ਬਾਬਾ ਦਵਿੰਦਰ ਸਿੰਘ ਜੀ ਬੈਠੇ ਨੇ, ਉਹਨਾਂ ਨਾਲ ਵੀ ਢੋਲਕ ਦੀ ਸੇਵਾ। ਭਾਈ ਸਤਵੰਤ ਸਿੰਘ ਜੀ, ਸਤਿਕਾਰਯੋਗ ਮਾਤਾ ਪ੍ਰੀਤਮ ਕੌਰ, ਬੜੇ ਨਿਮਰਤਾ ਪ੍ਰੇਮ ਪਿਆਰ ਦੇ ਨਾਲ, ਕਿਉਂਕਿ ਸਤ ਸੰਗਤ ਕਰੀ ਦਾ ਸੁਭਾਅ ਤੋਂ ਪਤਾ ਲੱਗਦਾ ਕਿ ਇਹਨਾਂ 'ਤੇ ਕੋਈ ਅਸਰ ਹੋਇਆ ਸਤਪੁਰਸ਼ਾਂ ਦੀ ਸੰਗਤ ਦਾ। ਉਹ ਕੀ ਚੰਦਨ ਹੋਏ ਰਹੇ ਬਸੇ ਜੋ ਚੰਦਨ, ਸਤਪੁਰਸ਼ਾਂ ਦੀ ਸੰਗਤ ਤੋਂ ਰੰਗਨ ਚੜ੍ਹਦੀ ਹੈ, ਨਿਮਰਤਾ ਤੋਂ ਪਤਾ ਲੱਗਦਾ ਹੈ। ਸਾਧ ਆਓ ਦਸਮੇਸ਼ ਪਿਤਾ ਮਹਾਰਾਜ ਜੀ ਦੇ ਪ੍ਰੇਮ ਪਿਆਰ ਦੇ ਵਿੱਚ ਇੱਕ ਵਾਰ ਦੇ ਰੂਪ ਵਿੱਚ ਆਪਾਂ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਸਾਥ ਦੇਣਾ। ਸਤਿਗੁਰ ਕਲਗੀ ਵਾਲਿਆ ਤੈਥੋਂ ਸੱਜ ਕੇ ਜਾਵਾਂ, ਸਤਿਗੁਰ ਪਾਤਸ਼ਾਹ ਵਾਲਿਆ ਤੈਥੋਂ ਸੱਜ ਕੇ ਜਾਵਾਂ।
ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸ਼ਬਦ ਸਾਰਣਾ। ਸਭਨਾ ਗੱਲਾਂ ਸੁਮਰਤ ਸੁਆਮੀ ਸੋਚੋ ਮਨ ਹੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸੱਚ ਨਾਮ ਮੇਰਾ ਆਧਾਰ। ਕਰ ਸ਼ਾਦ ਸੁਖ ਮਾਨਿਆ ਬਸਿਆ ਜਿਨ ਇੱਛਾ ਸਭ ਪੁਜਾਈਆ। ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਹਿ ਨਾਨਕ ਤੈ ਸੁਖ ਹੋਆ ਤਿਨ ਕਰ ਅਨਹਦ ਵਾਜੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਖੂਰੇ। ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ। ਬਿਨ ਪਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰੇ ਸਲੋਕ। ਰਾਤ ਹੋਏ ਦਾਈ ਦਾਇਆ ਇਲਾ ਸਗਲ ਜਗਤ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਨਾਨਕ ਤੇ ਮੁਖੀ ਉਚਲੇ ਖੇਤੀ ਛੁੱਟੀ ਨਾਲ। ਨਾਨਕ ਤੇ ਮੁਖੀ ਉਚਲੇ ਖੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਬੋਲੋ। ਜੀ ਕਾ ਖਾਲਸਾ। ਠਾਕੁਰ ਤੁਮ ਪਹਿ ਅਰਦਾਸ